ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀਓ, ਆਪ ਜੀ ਦੇ ਨਾਲ ਅੱਜ ਅਸੀਂ ਬਾਣੀ ਦੇ ਵਿੱਚੋਂ ਕੁਝ ਸ਼ਬਦ ਜਿਵੇਂ ਮਹਿੰਗੇ ਆਉਂਦੇ ਹਨ, ਉਹਨਾਂ ਦੀ ਵਿਚਾਰ ਸਾਂਝੀ ਕਰਨੀ ਜਾ ਰਹੇ ਹਾਂ। ਜਿਵੇਂ ਕਿ ਅਸੀਂ ਬਾਣੀ ਵਿੱਚ ਸ਼ਬਦ ਫਰਿਸ਼ਤਾ ਪੜ੍ਹਦੇ ਹਾਂ, ਫੁਨਹੇ ਪੜ੍ਹਦੇ ਹਾਂ। ਜਿਵੇਂ ਬਾਣੀ ਵਿੱਚ ਸ਼ਬਦ ਫੇਰੂ ਆਉਂਦਾ ਹੈ, ਵਸ਼ਿਸ਼ਟ ਆਉਂਦਾ ਹੈ, ਬਸਤ ਆਉਂਦਾ ਹੈ। ਜਿਵੇਂ ਬਾਣੀ ਵਿੱਚ ਸ਼ਬਦ ਵਕਰੀਦ ਆਉਂਦਾ ਹੈ, ਬਤੀਸ ਸੁਲੱਖਣੀ ਆਉਂਦਾ ਹੈ। ਸੋ ਬਾਣੀ ਵਿੱਚ ਸ਼ਬਦ ਬਦਕ ਆਉਂਦਾ ਹੈ, ਬਨਾਰਸ ਭਵੀਖਣ ਆਉਂਦਾ ਹੈ, ਤੇ ਬਾਣੀ ਵਿੱਚ ਸ਼ਬਦ ਬ੍ਰਹਿਮੰਡ ਆਉਂਦਾ ਹੈ। ਆਦਿ ਇਹਨਾਂ ਸ਼ਬਦਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਂਗੇ। ਫਰਿਸ਼ਤਾ ਸ਼ਬਦ ਸਾਮੀ ਨਿਸ਼ਚੇ ਅਨੁਸਾਰ ਉਹ ਰੱਬੀ ਦੂਤ ਜੋ ਖੁਦਾ ਦੇ ਹੁਕਮ ਅਨੁਸਾਰ ਸੰਸਾਰ ਦਾ ਕਾਰ ਵਿਹਾਰ ਚਲਾਉਂਦੇ ਆ। ਹਿੰਦੂ ਮਤ ਵਿੱਚ ਜਿਵੇਂ ਦੇਵਤੇ ਹਨ, ਤਿਵੇਂ ਇਹਨਾਂ ਦੀ ਮਾਨਤਾ ਹੈ। ਇਹਨਾਂ ਦੀ ਪੈਦਾਇਸ਼ ਖੁਦਾ ਦੇ ਨੂਰ ਤੋਂ ਹੋਈ ਮੰਨੀ ਜਾਂਦੀ ਆ, ਤੇ ਖਿਆਲ ਹੈ ਇਹਨਾਂ ਨੂੰ ਆਦਮੀਆਂ ਵਾਂਗ ਭੁੱਖ ਤੇ ਨਹੀਂ ਲੱਗਦੀ। ਭਾਵੇਂ ਇਸਲਾਮੀ ਕਿਤਾਬਾਂ ਵਿੱਚ ਫਰਿਸ਼ਤਿਆਂ ਦੀ ਗਿਣਤੀ 1.25 ਲੱਖ ਤੱਕ ਵੀ ਦਿੱਤੀ ਗਈ ਆ, ਪਰ ਮੁੱਖ ਫਰਿਸ਼ਤੇ 4 ਹਨ। ਜਿਵੇਂ ਬਾਣੀ ਨੇ ਮੰਨਿਆ ਹੈ, ਪਹਿਲਾ ਫਰਿਸ਼ਤਾ ਹੈ ਜਿਬਰਾਈਲ। ਇਹ ਪੈਗੰਬਰਾਂ ਕੋਲ ਰੱਬੀ ਪੈਗਾਮ ਲਿਜਾਂਦਾ ਵਾ, ਤੇ ਕੁਰਾਨ ਦੀਆਂ ਬਹੁਤੀਆਂ ਆਇਤਾਂ ਇਹੋ ਹੀ ਮੁਹੰਮਦ ਸਾਹਿਬ ਪਾਸ ਲਿਆਇਆ ਸੀ। ਦੂਜਾ ਫਰਿਸ਼ਤਾ ਹੈ ਮੈਕਾਇਲ। ਇਹ ਜੀਆਂ ਨੂੰ ਅੰਨ ਪਾਣੀ ਦਿੰਦਾ ਤੇ ਬਰਖਾ ਕਰਦਾ ਹੈ। ਤੀਜਾ ਫਰਿਸ਼ਤਾ ਹੈ ਇਸਰਾਈਲ। ਇਹ ਕਿਆਮਤ ਸਮੇਂ ਇਹ ਨਫੀਰੀ ਵਜਾਉਂਦਾ ਵਾ, ਜਿਸ ਨਾਲ ਸੰਸਾਰ ਤੇ ਪਰਲੇ ਆ ਜਾਂਦੀ ਹੈ ਤੇ ਮੁਰਦੇ ਕਬਰਾਂ ਵਿੱਚੋਂ ਉੱਠਣ ਦਾ ਅਨੁਮਾਨ ਹੈ। ਚੌਥਾ ਫਰਿਸ਼ਤਾ ਹੈ ਇਜਰਾਈਲ। ਇਹ ਮੌਤ ਦਾ ਫਰਿਸ਼ਤਾ ਹੈ। ਇਸ ਨੂੰ ਮਲਕਲ ਮੌਤ ਵੀ ਕਿਹਾ ਗਿਆ ਹੈ। ਅਸੀਂ ਪੜ੍ਹਦੇ ਹਾਂ, ਅਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਹਾਣੀ। ਫਿਰ ਫੁਨਹੇ ਸ਼ਬਦ ਦਾ ਬਾਣੀ ਵਿੱਚ ਵੀ ਆਉਂਦਾ ਜ਼ਿਕਰ। ਫੁਨਹੇ ਇੱਕ ਛੰਦ ਦਾ ਨਾਮ, ਜਿਸ ਵਿੱਚ 4 ਵਰਣ ਤੇ ਹਰ ਚਰਨ ਵਿੱਚ 1 ਮਾਤਰਾ ਹੁੰਦੀਆਂ ਹਨ। ਪਹਿਲਾ ਵਿਸਰਾਮ 11 ਮਾਤਰਾ ਤੇ ਜਗਣ ਅੰਤ, ਤੇ ਦੂਜਾ 10 ਮਾਤਰਾ ਤੇ ਰਗਣ ਅੰਤ ਹੁੰਦਾ ਹੈ। ਹਿੰਦੀ ਸਾਹਿਤ ਵਿੱਚ ਇਹ ਅੜਿੱਲ ਕਰਕੇ ਪ੍ਰਸਿੱਧ ਹੈ। ਇਸ ਦੀ ਦਾਦੂ ਵਜੀਦ ਆਦਿ ਸੰਤਾਂ ਨੇ ਵੀ ਖੁੱਲ੍ਹ ਕੇ ਵਰਤੋਂ ਕੀਤੀ ਹੈ। ਇਸ ਛੰਦ ਨੂੰ ਫੁਨਹਾ ਜਾਂ ਚੰਦਰਾਇਣ ਵੀ ਕਿਹਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫੁਨਹੇ ਸਿਰਲੇਖ ਦੇ ਹੇਠ ਅਜਿਹੇ 23 ਛੰਦ ਲਿਖੇ ਹਨ। ਵੰਨਗੀ ਆਪ ਜੀ ਨਾਲ ਸਾਂਝੀ ਕਰਾਂਗੇ। ਸੰਤ ਸਭਾ ਮਹਿ ਬੈਸ ਕਿ ਕੀਰਤ ਮੈਂ ਕਹਾਂ, ਅਰਪੀ ਸਭ ਸੀ ਗਾਰ, ਇਹੋ ਜੀਓ ਸਭ ਦੇਵਾਂ, ਆਸ ਪਿਆਸੀ ਸੇਜ, ਸੋ ਕੰਤ ਵਿਛਾਈਐ, ਹਰ ਹਾਂ ਮਸਤਕ ਹੋਵੈ ਭਾਗ, ਤਾਂ ਸਾਜਨ ਪਾਈਐ। ਸੋ ਅੱਗੇ ਫਿਰ ਸ਼ਬਦੋਂ ਅਸੀਂ ਪੜ੍ਹਦੇ ਹਾਂ ਫੇਰੂ। ਗੁਰੂ ਅੰਗਦ ਦੇਵ ਜੀ ਦੇ ਪਿਤਾ ਜੋ 63 ਖੱਤਰੀ ਸਨ ਅਤੇ ਪਿੰਡ ਮੱਤੇ ਦੀ ਸਰਾਏ, ਨਾਂਗੇ ਦੀ ਸਰਾਏ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਸਨ। ਕਿਹਾ ਜਾਂਦਾ ਹੈ ਕਿ ਆਪ ਫਿਰੋਜ਼ਪੁਰ ਦੇ ਹਾਕਮ ਦੇ ਖਜ਼ਾਨਚੀ ਸਨ। ਆਪ ਜੀ ਦਾ ਦੇਹਾਂਤ 1526 ਈਸਵੀ ਵਿੱਚ ਹੋਇਆ। ਭਾਈ ਸੱਤੇ ਨੇ ਸਤਿਗੁਰਾਂ ਦੀ ਮਹਿਮਾ ਕਰਦਿਆਂ ਲਿਖਿਆ ਹੈ, ਫੇਰੂ ਆਣ
ਫੇਰੂ ਦੇ ਪੁੱਤਰ ਅੰਗਦ ਨੇ ਗੁਰਿਆਈ ਪ੍ਰਾਪਤ ਕਰਨ ਉਪਰੰਤ ਖਡੂਰ ਸਾਹਿਬ ਨੂੰ ਰੌਣਕ ਦਿੱਤੀ। ਉਹਨਾਂ ਦੀ ਵਾਰ ਵਿੱਚ ਜ਼ਿਕਰ ਆਉਂਦਾ ਹੈ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਇੱਥੇ ਖਿਆਲ ਰੱਖਣ ਯੋਗ ਗੱਲ ਹੈ, ਪਹਿਲਾ ਫੇਰ ਤੇ ਦੂਜਾ ਫੇਰ ਆਣ ਪੜ੍ਹਨਾ ਹੈ। ਔਂਕੜ ਲੱਗਾ ਹੈ ਰਾਰੇ ਨੂੰ, ਭਾਵ ਕਿ ਫੇਰੂ ਪਿਤਾ ਜੀ ਫੇਰੂ ਮਲ ਜੀ, ਉਹਨਾਂ ਦਾ ਨਾਮ ਜ਼ਿਕਰ ਕੀਤਾ ਹੈ ਕਿ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ, ਕਿ ਖਡੂਰ ਸਾਹਿਬ ਨੂੰ ਰੌਣਕਾਂ ਲਾਈਆਂ ਹਨ। ਗੁਰੂ ਅੰਗਦ ਦੇਵ ਜੀ ਨੇ ਲਖਤੇ ਜਿਗਰ ਧੰਨ ਧੰਨ ਬਾਬਾ ਫੇਰੂ ਮਲ ਜੀ ਦੇ ਪਿਤਾ ਬਾਬਾ ਫੇਰੂ ਮਲ ਜੀ। ਸੋ ਅੱਗੇ ਅਸੀਂ ਸ਼ਬਦ ਵਸ਼ਿਸ਼ਟ ਪੜ੍ਹਦੇ ਹਾਂ। ਕਹਿੰਦੇ ਹਨ ਕਿ ਇੱਕ ਵੈਦਿਕ ਰਿਸ਼ੀ, ਜਿਸ ਨੂੰ 7 ਮਹਾ ਰਿਸ਼ੀਆਂ ਜਾਂ 10 ਪ੍ਰਜਾਪਤੀਆਂ ਵਿੱਚ ਗਿਣਿਆ ਜਾਂਦਾ ਹੈ, ਇਸ ਦਾ ਜਨਮ ਮਿਤਰਾ ਵਰਣ ਦੇ ਬੀਰਜ ਤੋਂ ਅਪਸਰਾ ਉਰਵਸੀ ਦੇ ਉਦਰੋਂ ਹੋਇਆ। ਇਹ ਆਪਣੀ ਸੰਯੋਗਤਾ ਸਦਕੇ ਇੱਕ ਸ਼ਵਾਕੂ ਬੰਸ ਦਾ ਪੁਰੋਹਿਤ ਬਣਿਆ ਤੇ ਸ੍ਰੀ ਰਾਮਚੰਦਰ ਜੀ ਦਾ ਗੁਰੂ ਬਣ ਕੇ ਉਹਨਾਂ ਨੂੰ ਧਰਮ ਵਿਦਿਆ ਦਿੰਦਾ ਰਿਹਾ, ਜੋ ਕਿ ਜੋਗ ਵਿਸ਼ਿਸ਼ਟ ਵਿੱਚ ਦਰਜ ਹੈ। ਵਿਸ਼ਵਾਮਿੱਤਰ ਇੱਕ ਛਤਰੀ ਰਿਸ਼ੀ ਸੀ, ਜਿਸ ਨੇ ਆਪਣੇ ਜਪ ਤਪ ਰਾਹੀਂ ਬ੍ਰਾਹਮਣ ਪਦਵੀ ਪ੍ਰਾਪਤ ਕੀਤੀ, ਪਰੰਤੂ ਵਸ਼ਿਸ਼ਟ ਨੇ ਇਸ ਨੂੰ ਕਦੀ ਪ੍ਰਵਾਨ ਨਾ ਕੀਤਾ। ਇਸ ਕਰਕੇ ਇਹਨਾਂ ਦੋਹਾਂ ਦਾ ਸਖਤ ਵਿਰੋਧ ਹੁੰਦਾ ਗਿਆ। ਇਸੇ ਵੈਰ ਵਿਰੋਧ ਦਾ ਸਿੱਟਾ ਸੀ ਕਿ ਵਸ਼ਿਸ਼ਟ ਦੇ 100 ਪੁੱਤਰ ਇੱਕ ਆਦਮਖੋਰ ਰਾਖਸ਼ ਦਾ ਸ਼ਿਕਾਰ ਹੋ ਗਏ। ਇਹ ਬਹੁਤ ਦੁਖੀ ਹੋਇਆ, ਕਈ ਤਰ੍ਹਾਂ ਆਤਮਘਾਤ ਕਰਨ ਦੇ ਯਤਨ ਕੀਤੇ, ਪਰ ਸਫਲਤਾ ਨਾ ਮਿਲੀ। ਅਖੀਰ ਇਹ ਆਪਣੇ ਆਸ਼ਰਮ ਵਿੱਚ ਮੁੜ ਆਇਆ। ਵਸ਼ਿਸ਼ਟ ਪਾਸ ਇੱਕ ਨੰਦਨੀ ਗਊ ਸੀ, ਜਿਸ ਨੂੰ ਜਿਵੇਂ ਕਿਵੇਂ ਵਿਸ਼ਵਾਮਿੱਤਰ ਲੈਣਾ ਚਾਹੁੰਦਾ ਸੀ। ਉਸ ਨੇ ਕਈ ਯਤਨ ਕੀਤੇ, ਪਰ ਵਸ਼ਿਸ਼ਟ ਜੀ ਨੇ ਅੱਗ ਵਰਗੇ ਸਵਾਸਾਂ ਨਾਲ ਵਿਸ਼ਵਾਮਿੱਤਰ ਦੇ ਪੁੱਤਰ ਸੜ ਕੇ ਸੁਆਹ ਹੋ ਗਏ ਤੇ ਉਹ ਉਦਾਸ ਹੋ ਕੇ ਹਿਮਾਲਿਆ ਤੇ ਤਪ ਕਰਨ ਚਲਾ ਗਿਆ। ਪਿੱਛੋਂ ਜਾ ਕੇ ਦੋਹਾਂ ਰਿਸ਼ੀਆਂ ਦੀ ਸੁਲਾਹ ਹੋ ਗਈ। ਗੁਰਬਾਣੀ ਵਿੱਚ ਵਸ਼ਿਸ਼ਟ ਦੇ ਨੇਕ ਆਚਰਣ ਦੀ ਸ਼ਲਾਘਾ ਕੀਤੀ ਗਈ ਹੈ, ਜੋ ਕਿ ਵਡਹੰਸ ਦੀ ਵਾਰ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਅੰਗ 591 ਤੇ ਫਰਮਾਉਂਦੇ ਹਨ, ਗੁਰਮੁਖ ਜਨਕ ਹਰ ਨਾਮ ਲਿਵ ਲਾਈ, ਗੁਰਮੁਖ ਵਸ਼ਿਸ਼ਟ ਹਰ ਉਪਦੇਸ਼ ਸੁਣਾਈ। ਸੋ ਅੱਗੇ ਅਸੀਂ ਸ਼ਬਦ ਬਾਣੀ ਵਿੱਚ ਬਸਤ ਪੜ੍ਹਦੇ ਹਾਂ। ਇਸ ਸ਼ਬਦ ਦਾ ਕੀ ਭਾਵ ਹੈ? ਦੱਸਦੇ ਆ ਕਿ ਇਹ ਪੂਰਬੀ ਠਾਠ ਦਾ ਸੰਪੂਰਨ ਰਾਗ ਹੈ, ਜਿਸ ਦਾ ਵਾਦੀ ਸੁਰ ਸਾ ਸੰਵਾਦੀ ਮਾ ਹੈ। ਇਸ ਵਿੱਚ ਦੋਵੇਂ ਮਾ ਲੱਗਦੇ ਹਨ, ਸਾ ਗਾ ਮਾ ਪਾ ਧਾ ਨੀ ਸ਼ੁੱਧ ਰੇ ਕੋਮਲ ਤੇ ਮਾ ਤੀਬਰ ਲੱਗਦਾ ਹੈ। ਇਹ ਹੰਡੋਲ ਤੇ ਮਾਲ ਕੌਸ ਮਿਲ ਕੇ ਬਣਦਾ ਹੈ। ਗਾਉਣ ਦਾ ਸਮਾਂ ਰਾਤ ਹੈ ਤੇ ਆਮ ਤੌਰ ਤੇ ਇਸ ਨੂੰ ਬਸੰਤ ਰੁੱਤ ਦੇ ਮਹੀਨਿਆਂ ਫੱਗਣ ਚੇਤ ਵਿੱਚ ਗਾਇਆ ਜਾਂਦਾ ਹੈ। ਇਹ ਆਦਿ ਗ੍ਰੰਥ ਵਿੱਚ 24ਵੀਂ ਥਾਂ ਤੇ ਦਰਜ ਹੈ ਅਤੇ ਹਿੰਡੋਲ ਨਾਲ ਮਿਲਾ ਕੇ ਗਾਇਆ ਗਿਆ ਹੈ। ਹਿੰਡੋਲ ਕਲਿਆਣ ਠਾਠ ਦਾ ਔੜਵ ਰਾਗ ਹੈ। ਇਸ ਦਾ ਵਾਦੀ ਧਾ ਤੇ ਗਾ ਸੰਵਾਦੀ ਹੈ, ਰੇ ਤੇ ਪਾ ਨਹੀਂ ਲੱਗਦੇ। ਹੋਰ ਅਸੀਂ ਸ਼ਬਦ ਪੜ੍ਹਦੇ ਹਾਂ ਬਾਣੀ ਵਿੱਚ ਬਕਰੀਦ। ਬਕਰੀਦ ਸ਼ਬਦ ਦੱਸਦੇ ਹਨ ਕਿ ਅਰਬੀ ਵਿੱਚ ਬਕਰ ਗਊ ਜਾਂ ਬੈਲ ਨੂੰ ਕਹਿੰਦੇ ਹਨ। ਜਿਸ ਸਮੇਂ ਜ਼ਿਲਹਿੱਜਾ ਦੀ 10 ਤਰੀਕ ਨੂੰ ਖੁਦਾ ਦੇ ਨਾਂ ਤੇ ਗਊ ਦੀ ਕੁਰਬਾਨੀ ਦੇ ਕੇ ਈਦ ਮਨਾਈ ਜਾਂਦੀ ਹੈ, ਉਸ ਨੂੰ ਬਕਰ ਈਦ ਬਕਰੀਦ ਕਹਿੰਦੇ ਹਨ। ਇਸ ਨੂੰ ਦੀਏ ਕੁਰਬਾਂ ਜਾਂ ਈਦੁਲ ਅਜ਼ਹਾ ਵੀ ਆਖਦੇ ਆ।
ਇਸ ਸਮੇਂ ਜਿਬਹਿ ਕੀਤੇ ਮਾਸ ਨੂੰ ਸੰਬੰਧੀਆਂ, ਰਿਸ਼ਤੇਦਾਰਾਂ, ਗਰੀਬ ਗੁਰਬੇ ਤੇ ਆਪਣੇ ਲਈ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਤੇ ਖੁਸ਼ੀ ਮਨਾਈ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਦਾ ਜ਼ਿਕਰ ਕਰਦਿਆਂ ਭਗਤ ਰਵਿਦਾਸ ਜੀ ਨੇ ਫਰਮਾਇਆ ਹੈ, ਜੋ ਮਲ੍ਹਾਰ ਰਾਗ ਵਿੱਚ ਪਾਵਨ ਸ਼ਬਦ ਪਾਵਨ ਅੰਗ 1293 ਤੇ ਸੁਸ਼ੋਭਿਤ ਹੈ। ਭਗਤ ਜੀ ਫਰਮਾਉਂਦੇ ਹਨ, ਜਾ ਕੈ ਈਦ ਬਕਰੀਦ ਕੁਲ ਗਊ ਰੇ ਬਧ ਕਰ ਹੈ, ਮਾਨੀ ਹੈ ਸੇਖ ਸ਼ਹੀਦ ਪੀਰਾ। ਅੱਗੇ ਅਸੀਂ ਸਾਧ ਸੰਗਤ ਜੀ ਸ਼ਬਦ 32 ਸੁਲੱਖਣੀ ਪੜ੍ਹਦੇ ਹਾਂ। ਇਸ ਪਾਵਨ ਸ਼ਬਦ ਦਾ ਕੀ ਭਾਵ ਹੈ? ਵਿਦਵਾਨਾਂ ਨੇ ਸ੍ਰੇਸ਼ਟ ਇਸਤਰੀ ਦੇ 32 ਸ਼ੁਭ ਲੱਛਣ ਮੰਨੇ ਹਨ। ਪਹਿਲਾ ਲੱਛਣ ਹੈ ਸੁੰਦਰਤਾ, ਦੂਜਾ ਹੈ ਸਵੱਛਤਾ, ਤੀਜਾ ਲੱਛਣ ਹੈ ਲੱਜਾ, ਚੌਥਾ ਹੈ ਚਤੁਰਾਈ, ਪੰਜਵਾਂ ਹੈ ਵਿਦਿਆ, ਛੇਵਾਂ ਹੈ ਪਤੀ ਭਗਤੀ, ਸੱਤਵਾਂ ਹੈ ਸੇਵਾ, ਅੱਠਵਾਂ ਹੈ ਦਇਆ, ਨੌਵਾਂ ਹੈ ਸਤਿਆ, 10ਵਾਂ ਹੈ ਪ੍ਰਿਯ ਬਾਣੀ, 11ਵਾਂ ਹੈ ਪ੍ਰਸੰਨਤਾ, 12ਵਾਂ ਹੈ ਨਿਮਰਤਾ, 13ਵਾਂ ਹੈ ਨਿਸ਼ਕਪਟਤਾ, 14ਵਾਂ ਹੈ ਏਕਤਾ, 15ਵਾਂ ਹੈ ਧੀਰਜ, 16ਵਾਂ ਹੈ ਧਰਮ ਨਿਸ਼ਠਾ, 17ਵਾਂ ਹੈ ਸੰਜਮ, 18ਵਾਂ ਹੈ ਉਦਾਰਤਾ, 19ਵਾਂ ਹੈ ਗੰਭੀਰਤਾ, 20ਵਾਂ ਹੈ ਉਦਮ, 21ਵਾਂ ਹੈ ਸੂਰਬੀਰਤਾ, 22ਵਾਂ ਹੈ ਰਾਗ, 23ਵਾਂ ਹੈ ਕਾਵਿ, 24ਵਾਂ ਹੈ ਨ੍ਰਿਤ, 25ਵਾਂ ਹੈ ਚਰਿੱਤਰ, 25ਵਾਂ ਹੈ ਚਿੱਤਰ, 26ਵਾਂ ਹੈ ਔਸ਼ਧੀ, 27ਵਾਂ ਹੈ ਰਸੋਈ, 28ਵਾਂ ਹੈ ਸਿਉਣਾ ਪਰੋਣਾ, 29ਵਾਂ ਹੈ ਘਰ ਦੀਆਂ ਵਸਤਾਂ ਦਾ ਯਥਾਯੋਗ ਸ਼ਿੰਗਾਰਨਾ, 30ਵਾਂ ਹੈ ਬਜ਼ੁਰਗਾਂ ਦਾ ਮਾਣ ਆਦਰ, 31ਵਾਂ ਹੈ ਘਰ ਆਏ ਪ੍ਰਾਹੁਣਿਆਂ ਦਾ ਸਨਮਾਨ ਕਰਨਾ, 32ਵਾਂ ਹੈ ਸੰਤਾਨ ਪਾਲਣ। ਸਕੰਦ ਪੁਰਾਣ ਦੇ ਕਾਸ਼ੀ ਖੰਡ ਵਿੱਚ 32 ਲੱਛਣ ਇਹ ਲਿਖੇ ਆ। 5 ਦੀਰਘ ਹਨ, ਉਹ ਹਨ ਨੇਤਰ, ਜੁਬਾੜਾ, ਨੱਕ, ਵੱਖੀ, ਭੁਜਾ। 5 ਹਨ ਸੂਖਮ, ਜਿਨ੍ਹਾਂ ਵਿੱਚ ਆਉਂਦੀ ਹੈ ਤੁਚਾ, ਕੇਸ਼, ਉਂਗਲੀਆਂ, ਦੰਦ, ਉਂਗਲਾਂ ਦੀਆਂ ਗੱਠਾਂ। 7 ਲਾਲ ਮੰਨੇ ਹਨ, ਹਥੇਲੀ, ਪੈਰ ਦੀ ਤਲੀ, ਅੱਖਾਂ ਦੇ ਕੋਏ, ਤਾਲੂਆ, ਜੀਭ, ਹੋਠ, ਨਹੁੰ। 6 ਉੱਚੇ ਹਨ, ਕਮਰ ਦੀ ਹੱਡੀ, ਪੇਟ, ਪਸਲੀ, ਮੋਢੇ, ਹੱਥ ਦੇ ਉੱਪਰਲੇ ਪਾਸੇ ਮੂੰਹ। 3 ਵਿਸਥਾਰ ਵਾਲੇ, ਮੱਥਾ, ਛਾਤੀ, ਕਮਰ। 3 ਛੋਟੇ, ਗਰਦਨ, ਜੰਘਾਂ, ਪੱਗ। 3 ਗੰਭੀਰ ਹਨ, ਸਵਰ, ਨਾਭੀ, ਸੁਭਾਅ। ਗੁਰੂ ਜੀ ਲਿਖਦੇ ਹਨ, ਆਸਾ ਰਾਗ ਵਿੱਚ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਅੰਗ 321 ਤੇ 32 ਸੁਲੱਖਣੀ ਸੱਚ ਸੰਤਤ ਸਪੂਤ ਆਗਿਆਕਾਰੀ ਸੁਗੜ ਸਰੂਪ। ਅੱਗੇ ਅਸੀਂ ਸ਼ਬਦ ਬਦਕ ਪੜ੍ਹਦੇ ਹਾਂ ਬਾਣੀ ਵਿੱਚ। ਬਦਕ ਦਾ ਅਰਥ ਹੈ ਸ਼ਿਕਾਰੀ। ਸ਼ਿਕਾਰ ਦੇ ਭੁਲੇਖੇ ਜੰਗਲ ਵਿੱਚ ਬਿਰਾਜੇ ਸ੍ਰੀ ਕ੍ਰਿਸ਼ਨ ਜੀ ਦੇ ਪੈਰਾਂ ਤੇ ਤੀਰ ਮਾਰਨ ਵਾਲਾ ਬਦਕ ਹਿੰਦੂ ਮਿਥਿਹਾਸ ਵਿੱਚ ਪ੍ਰਸਿੱਧ ਹੈ। ਜਦੋਂ ਸ੍ਰੀ ਕ੍ਰਿਸ਼ਨ ਜੀ ਦੀ ਕੁਲ ਦੇ ਸਾਰੇ ਜਾਦਵ ਪ੍ਰਭਾਸ ਖੇਤਰ ਵਿੱਚ ਸ਼ਰਾਬ ਪੀ ਕੇ ਆਪਸ ਵਿੱਚ ਲੜ ਮਰੇ ਤਾਂ ਸ੍ਰੀ ਕ੍ਰਿਸ਼ਨ ਜੀ ਉਦਾਸ ਹੋ ਕੇ ਨੇੜੇ ਦੇ ਜੰਗਲ ਵਿੱਚ ਜਾ ਲੰਮੇ ਪਏ। ਬਦਕ ਨੇ ਹਿਰਨ ਦਾ ਸ਼ਿਕਾਰ ਕਰਦਿਆਂ ਇੱਕ ਤੀਰ ਮਾਰਿਆ ਜੋ ਕਿ ਸ੍ਰੀ ਕ੍ਰਿਸ਼ਨ ਜੀ ਦੇ ਪੈਰ ਵਿੱਚ ਲੱਗਾ। ਬਦਕ ਬੜਾ ਪਛਤਾਇਆ, ਪਰ ਸ੍ਰੀ ਕ੍ਰਿਸ਼ਨ ਜੀ ਨੇ ਉਸ ਨੂੰ ਬਖਸ਼ ਦਿੱਤਾ ਤੇ ਮੁਕਤੀ ਪ੍ਰਦਾਨ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਜੀ ਬਸੰਤ ਰਾਗ ਵਿੱਚ ਇਹ ਪਾਵਨ ਪੰਕਤੀ ਰਾਹੀਂ ਦੱਸਦੇ ਹਨ, ਬਦਕ ਉਧਾਰਿਓ ਖੰਮ ਪ੍ਰਹਾਰ। ਸੋ ਬਾਣੀ ਵਿੱਚ ਅਸੀਂ ਵਾਰ-ਵਾਰ
ਭਭੀਖਣ ਸ਼ਬਦ ਬਹੁਤ ਪੜ੍ਹਦੇ ਹਾਂ। ਦੱਸਦੇ ਹਨ ਕਿ ਰਾਵਣ ਦਾ ਛੋਟਾ ਭਾਈ ਭਭੀਖਣ ਇੱਕ ਭਲੇ ਸੁਭਾਅ ਦਾ ਆਦਮੀ ਸੀ। ਇਸ ਨੇ ਰਾਵਣ ਨੂੰ ਬੜਾ ਸਮਝਾਇਆ ਕਿ ਉਹ ਸੀਤਾ ਨੂੰ ਰਾਮ ਜੀ ਦੇ ਹਵਾਲੇ ਕਰ ਦੇਵੇ, ਪਰ ਰਾਵਣ ਨਾ ਮੰਨਿਆ। ਲੜਾਈ ਵੇਲੇ ਭਭੀਖਣ ਰਾਮ ਜੀ ਵੱਲ ਹੋ ਗਿਆ ਤੇ ਰਾਵਣ ਦੇ ਸਾਰੇ ਅੰਦਰਲੇ ਭੇਦ ਦੱਸ ਦਿੱਤੇ। ਇਸ ਨੇ ਹੀ ਰਾਵਣ ਦੇ ਨਾ ਮਾਰਨ ਦਾ ਭੇਦ ਰਾਮ ਜੀ ਨੂੰ ਦੱਸਿਆ ਕਿ ਰਾਵਣ ਦੇ ਹਿਰਦੇ ਵਿੱਚ ਅੰਮ੍ਰਿਤ ਕੁੰਡ ਹੈ, ਜਿਸ ਕਰਕੇ ਇਸ ਦੇ ਵੱਡੇ ਕੱਟੇ ਅੰਗ ਮੁੜ ਜੁੜ ਜਾਂਦੇ ਹਨ। ਉਸ ਕੁੰਡ ਦੇ ਸੁੱਕਣ ਤੇ ਹੀ ਰਾਵਣ ਮਰ ਸਕਦਾ ਹੈ। ਰਾਮਚੰਦਰ ਜੀ ਨੇ ਅਗਨ ਬਾਣ ਮਾਰ ਕੇ ਰਾਵਣ ਦਾ ਅੰਮ੍ਰਿਤ ਕੁੰਡ ਸੁਕਾ ਦਿੱਤਾ ਤੇ ਉਹ ਰਾਮ ਬਾਣ ਨਾਲ ਢਹਿ ਢੇਰੀ ਹੋ ਗਿਆ। ਲੰਕਾ ਫਤਿਹ ਹੋਣ ਉਪਰੰਤ ਰਾਮਚੰਦਰ ਜੀ ਨੇ ਰਾਜ ਗੱਦੀ ਭਭੀਖਣ ਨੂੰ ਦੇ ਦਿੱਤੀ। ਭਗਤ ਨਾਮਦੇਵ ਜੀ ਪਾਵਨ ਬਾਣੀ ਵਿੱਚ ਇਸ ਪਾਵਨ ਪੰਕਤੀ ਰਾਹੀਂ ਸਵਰ ਠਰਾਗ ਵਿੱਚ ਪਾਵਨ ਅੰਗ 657 ਤੇ ਫਰਮਾਉਂਦੇ ਹਨ। ਨਾਮੇ ਕੇ ਸੁਆਮੀ ਸੀ ਬਹੋਰੀ, ਲੰਕ ਭਭੀਖਣ ਆਪਿਓ ਹੋ। ਸੋ ਬਾਣੀ ਵਿੱਚ ਸਾਧ ਸੰਗਤ ਜੀ ਅਸੀਂ ਪਾਵਨ ਸ਼ਬਦਿਕ ਬ੍ਰਹਿਮੰਡ ਵੀ ਪੜ੍ਹਦੇ ਹਾਂ। ਬ੍ਰਹਿਮੰਡ ਦੇ ਅਰਥ ਹਨ ਬ੍ਰਹਮ ਦਾ ਅੰਡਾ, ਅਰਥਾਤ ਗੋਲਾਕਾਰ ਪ੍ਰਿਥਵੀ। ਮਨੁ ਸਿਮਰਤੀ ਤੇ ਪੁਰਾਣਾਂ ਵਿੱਚ ਕਥਾ ਹੈ ਕਿ ਜਗਤ ਰਚਨਾ ਤੋਂ ਪਹਿਲਾਂ ਇੱਕ ਸੋਨੇ ਰੰਗਾ ਅੰਡਾ ਪੈਦਾ ਹੋਇਆ, ਜੋ 1000 ਵਰ੍ਹੇ ਪਿੱਛੋਂ ਫੁੱਟ ਕੇ 2 ਟੋਟੇ ਹੋ ਗਏ, ਜਿਸ ਤੋਂ 7 ਉੱਪਰਲੇ ਤੇ 7 ਹੇਠਲੇ ਲੋਕ ਬਣੇ। 7 ਆਕਾਸ਼ ਇਹ ਹਨ: ਭੂਰ, ਭੁਵਰ, ਸੁਵਰ, ਮਹਿਰ, ਜਨ, ਤਪ। 7 ਤੇ 7 ਪਤਾਲ ਇਹ ਹਨ: ਅਤਲ, ਬਿਤਲ, ਸੁਤਲ, ਤਲਾਤਲ, ਰਸਾਤਲ, ਮਹਾਤਲ, ਪਤਾਲ। ਧਰਤੀ ਦਾ ਚੌਥਾ ਹਿੱਸਾ ਖੁਸ਼ਕ ਤੇ ਬਾਕੀ ਪਾਣੀ ਹੈ। ਇਹ ਸਾਰਾ ਖੇਤਰ 19 ਕਰੋੜ 70 ਲੱਖ ਵਰਗ ਮੀਲ ਹੈ। ਇਹ 7 ਸਮੁੰਦਰਾਂ ਨਾਲ ਘਿਰੇ 7 ਦੀਪਾਂ ਵਿੱਚ ਹੈ। 7 ਦੀਪ ਇਹ ਹਨ: ਜੰਬੂ, ਪਲਖ, ਸ਼ਾਲਮਲੀ, ਕੁਸੂ, ਕਰੌਂਚ, ਸ਼ਾਕ ਤੇ ਪੁਸ਼ਕਰ। ਨਵੇਂ ਭੂ ਵਿਗਿਆਨੀ ਏਸ਼ੀਆ, ਯੂਰਪ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਅਫਰੀਕਾ, ਓਸੀਲੀਆ ਤੇ ਧਰਵਾਂ ਲਾਗੇ ਬਰਫਾਂ ਨਾਲ ਢੱਕਿਆ ਹਿੱਸਾ ਇਹ 7 ਭਾਗ ਗਿਣਦੇ ਆ। ਗੁਰਬਾਣੀ ਵਿੱਚ ਕਰੋੜਾਂ ਬ੍ਰਹਿਮੰਡ ਮੰਨੇ ਗਏ ਆ। ਪਾਤਸ਼ਾਹ ਜੀ ਫਰਮਾਉਂਦੇ ਹਨ: ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਬਾਣੀ ਵਿੱਚ ਜੋ ਸ਼ਬਦ ਅਸੀਂ ਆਮ ਕਰਕੇ ਪੜ੍ਹਦੇ ਅਤੇ ਸਰਵਣ ਕਰਦੇ ਹਾਂ, ਉਹਨਾਂ ਦੀ ਜਾਣਕਾਰੀ ਆਪ ਜੀ ਨਾਲ ਵਿਸ਼ੇਸ਼ ਕਰਕੇ ਸਤਿਗੁਰੂ ਪਾਤਸ਼ਾਹ ਜੀ ਦਾ ਆਸਰਾ ਲੈ ਕੇ ਸਾਂਝੀ ਕਰਾਂਗੇ। ਭੁੱਲਾਂ ਨਾ ਚਿਤਾਰਨੀਆਂ। ਆਓ ਫਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।